ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਗੁਰਬਾਣੀ ਦੇ ਅੰਦਰ ਇੱਕ ਬਹੁਤ ਮਧੁਰ ਸ਼ਲੋਕ ਹੈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਜੋ ਪ੍ਰਭ ਕੀਨੋ ਸੋਈ ਭਲ ਮਾਨਿਓ, ਇਹ ਸਮਤ ਸਾਧੂ ਤੇ ਪਾਈ। ਸਭ ਮੈਂ ਰਬ ਰਹਿਆ ਪ੍ਰਭ ਏਕੈ, ਪੇਖ ਪੇਖ ਨਾਨਕ ਬਿਗਸਾਈ। ਗੁਰੂ ਸਾਹਿਬ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰ ਰਹੇ ਹਨ। ਬਿਸਰ ਗਈ ਸਭ ਤਾਤ ਪਰਾਈ, ਜਬ ਮੋਹਿ ਸਾਧ ਸੰਗਤ ਮੋਹਿ ਪਾਈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਜਦੋਂ ਮੈਨੂੰ ਸਾਧੂਆਂ ਦੀ ਸੰਗਤ ਪ੍ਰਾਪਤ ਹੋਈ, ਕੀ ਨਤੀਜਾ ਆਇਆ? ਜਿਤਨੀ ਵੀ ਖਲਕਤ ਦੇ ਵਿੱਚ ਵਿਅਰਥ ਮਾਇਆ ਦਾ ਪਸਾਰਾ ਹੈ, ਉਹ ਮੈਨੂੰ ਸਾਰਾ ਵਿਸਰ ਗਿਆ। ਭਾਵ ਮੇਰੇ ਸੰਕਲਪਾਂ ਦੀ ਦੁਨੀਆ ਸਾਰੀ ਖਤਮ ਹੋ ਗਈ। ਜਦੋਂ ਸੰਕਲਪ ਵਿਕਲਪ ਖਤਮ ਹੋ ਜਾਣ ਤਾਂ ਉਦੋਂ ਮਨ ਸਥਿਰਤਾ ਨੂੰ ਪ੍ਰਾਪਤ ਹੁੰਦਾ ਹੈ। ਜਦੋਂ ਮਨ ਸਥਿਰ ਹੋ ਜਾਵੇ ਤਾਂ ਉਦੋਂ ਬੁੱਧੀ ਸਥਿਰ ਹੋ ਜਾਂਦੀ ਹੈ। ਜਦੋਂ ਬੁੱਧੀ ਸਥਿਰ ਹੋ ਜਾਵੇ ਤਾਂ ਫਿਰ ਆਤਮਾ ਦੀ ਝਲਕ ਸਾਡੇ ਇਸ ਜੀਵ ਆਤਮਾ ਦੇ ਵਿੱਚ ਪੈਂਦੀ ਹੈ ਅਤੇ ਜੀਵ ਆਤਮਾ ਆਪਣੇ ਆਪ ਨੂੰ ਪਛਾਣਨ ਲੱਗ ਪੈਂਦਾ ਹੈ ਕਿ ਮੈਂ ਕੌਣ ਹਾਂ। ਵਿਸਰ ਗਈ ਸਭ ਤਾਤ ਪਰਾਈ, ਇਹ ਮਾਇਆ ਦਾ ਪਸਾਰਾ ਸਭ ਵਿਸਰ ਗਿਆ। ਜਿਤਨੇ ਝੂਠੇ ਸਾਕ ਸੰਬੰਧ ਸਨ, ਇਹਨਾਂ ਦੀ ਅਸਲੀਅਤ ਪਤਾ ਲੱਗ ਗਈ ਕਿ ਇਹ ਉਦੋਂ ਤੱਕ ਹੀ ਸਾਥ ਹਨ ਜਦੋਂ ਤੱਕ ਸੁੱਖ ਹੈ। ਜਦੋਂ ਦੁੱਖ ਆਵੇ ਤਾਂ ਇਹ ਸਾਰੇ ਸਾਥ ਛੱਡ ਜਾਂਦੇ ਹਨ ਅਤੇ ਵਿਸਰ ਜਾਂਦੇ ਹਨ ਅਤੇ ਜੀਵ ਇਕੱਲਾ ਹੀ ਰਹਿ ਜਾਂਦਾ ਹੈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਜਦੋਂ ਸਾਧੂਆਂ ਦੀ ਸੰਗਤ ਪ੍ਰਾਪਤ ਹੋਈ ਅਤੇ ਮੈਨੂੰ ਇਹ ਮਾਇਆ ਦਾ ਪਸਾਰਾ, ਮਾਇਆ ਦਾ ਝੂਠਾ ਅਡੰਬਰ, ਮਾਇਆ ਦਾ ਜੋ ਕ੍ਰਿਸ਼ਮਾ ਹੈ, ਸਾਰਾ ਅਲੋਪ ਹੋ ਗਿਆ। ਨਾ ਕੋ ਵੈਰੀ ਨਹੀਂ ਬੇਗਾਨਾ। ਹੁਣ ਮੇਰੀ ਬਿਰਤੀ ਕਿਸ ਤਰ੍ਹਾਂ ਦੀ ਹੋ ਗਈ ਹੈ? ਨਾ ਕੋ ਮੇਰੇ ਲਈ ਬੈਰੀ ਹੈ ਅਤੇ ਨਹੀਂ ਬੇਗਾਨਾ ਹੈ, ਕਿਉਂਕਿ ਮੈਨੂੰ ਸਾਰਿਆਂ ਦੇ ਵਿੱਚ ਇੱਕ ਹੀ ਪ੍ਰਤੀਤ ਹੁੰਦਾ ਹੈ। ਪਰ ਇਸ ਤਰ੍ਹਾਂ ਨਹੀਂ ਪ੍ਰਤੀਤ ਕਰਨਾ ਕਿ ਜਿਸ ਤਰ੍ਹਾਂ ਕਿਸੇ ਸਾਧੂ ਦੇ ਇੱਕ ਚੇਲੇ ਨੇ ਕੀਤਾ ਸੀ। ਉਹ ਸਾਧੂ ਦਾ ਚੇਲਾ ਭਿਕਸ਼ਾ ਲੈਣ ਲਈ ਨਗਰ ਦੇ ਵਿੱਚ ਗਿਆ। ਨਗਰ ਦੇ ਵਿੱਚ ਜਾ ਕੇ ਉਸਨੇ ਅਲੱਖ ਜਗਾਈ, ਥਾਂ ਥਾਂ 'ਤੇ ਉੱਤੇ ਭਿਕਸ਼ਾ ਮੰਗੀ। ਇੱਕ ਭੀੜੀ ਗਲੀ ਦੇ ਵਿੱਚ ਵੜ ਗਿਆ। ਅੱਗੇ ਤੋਂ ਇੱਕ ਹਾਥੀ ਆ ਰਿਹਾ ਸੀ, ਉਸ ਦੇ ਉੱਤੇ ਅਸਵਾਰ ਸੀ, ਹਥਵਾਨ ਬੈਠਾ ਹੋਇਆ ਸੀ। ਹਥਵਾਨ ਇਹ ਕਹਿ ਰਿਹਾ ਸੀ ਕਿ ਭਾਈ ਪਿੱਛੇ ਹਟ ਜਾਓ, ਪਿੱਛੇ ਹਟ ਜਾਓ, ਸੰਤ ਜੀ ਪਿੱਛੇ ਹਟ ਜਾਓ, ਇਹ ਹਾਥੀ ਤੁਹਾਨੂੰ ਨੁਕਸਾਨ ਕਰੇਗਾ, ਪਿੱਛੇ ਹਟ ਜਾਓ। ਅਤੇ ਪਰ ਉਹ ਚੇਲਾ ਆਪਣੇ ਗੁਰੂ ਦੇ ਬਚਨ ਯਾਦ ਕਰਦਾ ਹੈ ਕਿ ਸਾਰਿਆਂ ਦੇ ਵਿੱਚ ਇੱਕ ਹੀ ਪਰਮਾਤਮਾ ਹੈ। ਇਹ ਹਾਥੀ ਦੇ ਵਿੱਚ ਵੀ ਉਹ ਹੈ, ਮੇਰੇ ਵਿੱਚ ਵੀ ਉਹ ਹੈ, ਕਿ ਮੈਨੂੰ ਹਾਥੀ ਕੀ ਕਰੇਗਾ। ਪਰ ਜਦੋਂ ਉਹ ਹਾਥੀ ਨਜ਼ਦੀਕ ਆਇਆ ਤਾਂ ਉਸਨੇ ਆਪਣੇ ਸੁੰਡ ਦੇ ਵਿੱਚ ਉਹ ਸਾਧੂ ਨੂੰ ਲਪੇਟਿਆ ਅਤੇ ਕਈ ਗਜ ਦੂਰ ਚੱਕ ਕੇ ਮਾਰਿਆ ਅਤੇ ਸਾਧੂ ਦੇ ਹੱਡ ਪੈਰ ਜਿਹੜੇ ਟੁੱਟ ਗਏ। ਬੜਾ ਲੋਕਾਂ ਨੇ ਚੱਕ ਕੇ ਉਹਨਾਂ ਨੂੰ ਉਹਨਾਂ ਦੇ ਗੁਰੂਆਂ ਕੋਲ ਲਿਆਂਦਾ ਅਤੇ ਗੁਰੂ ਨੇ ਪੁੱਛਿਆ ਚੇਲੇ ਨੂੰ ਕਿ ਕੀ ਹੋਇਆ ਹੈ। ਅਤੇ ਉਹ ਚੇਲਾ ਕੀ ਆਖਦਾ ਹੈ ਕਿ ਮਹਾਰਾਜ, ਗੁਰੂ ਜੀ ਤੁਹਾਡੀ ਆਤਮ ਦ੍ਰਿਸ਼ਟੀ ਨੇ ਮੈਨੂੰ ਮਾਰ ਦਿੱਤਾ। ਤੁਸੀਂ ਆਖਦੇ ਸੀ ਕਿ ਸਾਰਿਆਂ ਵਿੱਚ ਆਤਮ ਦ੍ਰਿਸ਼ਟੀ ਕਰਨੀ ਹੈ, ਸਾਰਿਆਂ ਵਿੱਚ ਪਰਮਾਤਮਾ ਹੈ। ਪਰ ਗੁਰੂਆਂ ਨੇ ਮੂਹਰਿਓਂ ਕਿਹਾ ਕਿ ਉੱਤੇ ਜਿਹੜਾ ਬੈਠਾ ਸੀ ਪਰਮਾਤਮਾ ਹਾਥੀ ਦੇ, ਉਹ ਤਾਂ ਕੁਛ ਕਹਿ ਰਿਹਾ ਸੀ। ਕਹਿੰਦਾ ਹਾਂਜੀ, ਉਹ ਤਾਂ ਕਹਿ ਰਿਹਾ ਸੀ ਪਿੱਛੇ ਹਟ ਜਾਓ। ਅਤੇ ਉਹ ਕਹਿੰਦੇ ਤੂੰ ਉਹਦਾ ਕਿਉਂ ਨਹੀਂ ਕਿਹਾ ਮੰਨਿਆ? ਇਸੇ ਕਰਕੇ ਸੰਸਾਰ ਦੇ ਵਿੱਚ ਰਹਿੰਦੇ ਹੋਏ ਉਸ ਆਤਮਾ ਦੀ, ਉਸ ਪਰਮਾਤਮਾ ਦੀ ਆਵਾਜ਼ ਨੂੰ ਵੀ ਪਛਾਣਨਾ ਚਾਹੀਦਾ ਹੈ। ਸਾਰਿਆਂ ਦੇ ਵਿੱਚ ਪਰਮਾਤਮਾ ਹੈ, ਸਾਰਿਆਂ ਦੀ ਬੁੱਧੀ ਦੇ ਵਿੱਚ, ਉਹਦੇ ਮਨ ਦੇ ਵਿੱਚ ਸਮਾਇਆ ਹੋਇਆ ਹੈ। ਪਰ ਅਸੀਂ ਜਦੋਂ ਤੱਕ ਉਸ ਦੀ ਵਿਚਾਰ ਨਹੀਂ ਕਰਦੇ,
ਬਾਣੀ ਦਾ ਇੱਕ ਸ਼ਲੋਕ ਹੈ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਇਹ ਬੇਕਤੇਬ, ਇਹ ਬਾਣੀ ਝੂਠੀ ਨਹੀਂ ਹੈ, ਪਰ ਜਿਹੜਾ ਇਸ ਨੂੰ ਨਹੀਂ ਵਿਚਾਰਦਾ ਉਹ ਝੂਠਾ ਹੈ। ਇਸ ਦੀ ਡੂੰਘੀ ਤਰ੍ਹਾਂ ਵਿਚਾਰ ਕੀਤੀ ਜਾਵੇ ਤਾਂ ਹੀ ਇਹ ਪਰਮਾਤਮਾ ਨੂੰ ਸੱਚ ਜਣਾਉਂਦੀ ਹੈ। ਬਿਸਰ ਗਈ ਸਭ ਤਾਤ ਪੁਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਹੀਂ ਬੇਗਾਨਾ, ਨਾ ਹੁਣ ਕੋਈ ਬੈਰੀ ਹੈ ਤੇ ਨਹੀਂ ਬੇਗਾਨਾ ਹੈ। ਸਗਲ ਸੰਗ ਹਮ ਕੋ ਬਣਾਈ, ਸਾਰਿਆਂ ਦੇ ਵਿੱਚ ਉਹ ਆਤਮਾ ਹੀ ਪ੍ਰਤੀਤ ਹੁੰਦਾ ਹੈ। ਜੋ ਪ੍ਰਭ ਕੀਨੋ ਸੋਈ ਭਲ ਮਾਨਿਓ, ਜੋ ਪ੍ਰਭੂ ਨੇ ਕੀਤਾ ਉਹੀ ਭਲਾ ਭਲਾ ਕਰਕੇ ਮੰਨਣਾ ਹੈ। ਇਸ ਮਤ ਸਾਧੂ ਤੇ ਪਾਈ, ਤੇ ਸਾਧੂਆਂ ਦੇ ਵਚਨ ਹਨ ਕਿ ਜੋ ਪ੍ਰਭੂ ਕਰਦਾ ਹੈ ਉਹ ਠੀਕ ਕਰਦਾ ਹੈ। ਉਸ ਦੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ। ਹਰ ਇੱਕ ਜੀਵ ਨੂੰ ਆਪਣੇ ਲੇਖਾਂ ਦੇ ਉੱਤੇ ਨਿਭਣਾ ਚਾਹੀਦਾ ਹੈ। ਜੋ ਲੇਖ ਕਰਮਾਂ ਦੇ ਵਿੱਚ ਲਿਖੇ ਗਏ ਹਨ ਉਹ ਸਾਡੇ ਸਾਰਿਆਂ ਨਾਲ ਵਰਤ ਰਹੇ ਹਨ। ਇਸ ਕਰਕੇ ਸਾਨੂੰ ਕਰਮਾਂ ਦਾ ਲੇਖਾ ਜੋਖਾ ਨਿਬੇੜਨ ਲਈ ਉਸ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ ਹੈ। ਜੇ ਸੁੱਖ ਦਿੰਦਾ ਹੈ ਤਾਂ ਵੀ ਖੁਸ਼ ਰਹੋ, ਜੇ ਦੁੱਖ ਦਿੰਦਾ ਹੈ ਤਾਂ ਵੀ ਉਸ ਦਾ ਭਾਣਾ ਕਰਕੇ ਮੰਨੋ। ਸਭ ਮੇ ਰੱਬ ਰਹਿਆ ਪ੍ਰਭ ਇੱਕ ਹੈ, ਸਾਰਿਆਂ ਦੇ ਵਿੱਚ ਉਹ ਇੱਕ ਹੀ ਪ੍ਰਭੂ ਰਮ ਰਿਹਾ ਹੈ। ਇਹ ਦ੍ਰਿਸ਼ਟੀ ਸੱਚ ਰੂਪੀ ਬਾਣੀ ਕੋਲੋਂ ਪ੍ਰਾਪਤ ਹੋਈ, ਸਾਧੂਆਂ ਦੇ ਬਚਨਾਂ ਤੋਂ ਪ੍ਰਾਪਤ ਹੋਈ। ਸਭ ਮੇ ਰੱਬ ਰਹਿਆ ਪ੍ਰਭ ਇੱਕ ਹੈ, ਪੇਖ ਪੇਖ ਨਾਨਕ ਬਿਕਸਾਈ। ਉਹ ਗੁਰੂ ਸਾਹਿਬ ਆਖਦੇ ਹਨ ਕਿ ਮੈਂ ਉਸ ਪ੍ਰਭੂ ਦੀ ਰਚਨਾ ਨੂੰ ਦੇਖ ਦੇਖ ਕੇ ਆਨੰਦ ਹੋ ਰਿਹਾ ਹਾਂ, ਕਿਉਂਕਿ ਸਾਰਿਆਂ ਦੀ ਰਚਨਾ ਉਸ ਪ੍ਰਭੂ ਨੇ ਕੀਤੀ ਹੈ। ਗਰੀਬ ਦੀ, ਅਮੀਰ ਦੀ, ਪਸ਼ੂ ਦੀ, ਪਕਸ਼ੀ ਦੀ, ਜ਼ਮੀਨ ਦੀ, ਆਕਾਸ਼ ਦੀ, ਪਤਾਲ ਦੀ, ਅਗਨੀ ਦੀ, ਵਾਯੂ ਦੀ ਔਰ ਜਲ ਦੀ, ਇਹ ਸਾਰਿਆਂ ਦੀ ਰਚਨਾ ਉਸ ਪ੍ਰਭੂ ਨੇ ਕੀਤੀ ਹੈ। ਅਤੇ ਮੈਂ ਵੇਖ ਵੇਖ ਕੇ ਆਨੰਦ ਹੁੰਦਾ ਹਾਂ ਕਿ ਸੂਰਜ ਸਵੇਰ ਨੂੰ ਚੜ੍ਹਦਾ ਹੈ, ਸ਼ਾਮ ਨੂੰ ਡੁੱਬਦਾ ਹੈ, ਚੰਦ ਚੜ੍ਹਦਾ ਹੈ, ਡੁੱਬਦਾ ਹੈ, ਕਦੀ ਘਟਦਾ ਹੈ, ਕਦੀ ਵੱਧਦਾ ਹੈ। ਰਾਤ ਨੂੰ ਆਕਾਸ਼ ਵੱਲ ਦੇਖਦਾ ਹਾਂ ਅਤੇ ਆਕਾਸ਼ ਕਿੰਨਾ ਮਧੁਰ ਪ੍ਰਤੀਤ ਹੁੰਦਾ ਹੈ ਕਿ ਉਸ ਪ੍ਰਭੂ ਨੇ ਇਸ ਆਕਾਸ਼ ਦੀ ਰਚਨਾ ਕਰਕੇ ਝਿਲਮਿਲ ਕਰਦੇ ਹੋਏ ਤਾਰੇ ਇਸ ਵਿੱਚ ਜੜੇ ਅਤੇ ਸੂਰਜ ਚੰਦ ਦੀ ਇਸ ਵਿੱਚ ਘੁੰਮਣਾ ਪ੍ਰਤੀਤ ਹੁੰਦੀ ਹੈ। ਸਵੇਰ ਨੂੰ ਚੜ੍ਹਦੇ ਹਨ, ਸ਼ਾਮ ਨੂੰ ਡੁੱਬ ਜਾਂਦੇ ਹਨ। ਰਾਤ ਨੂੰ ਚੜ੍ਹਦਾ ਹੈ ਚੰਦਰਮਾ, ਸਵੇਰ ਨੂੰ ਡੁੱਬ ਜਾਂਦਾ ਹੈ, ਭਾਵ ਦਿਸਣੋਂ ਬੰਦ ਹੋ ਜਾਂਦਾ ਹੈ। ਇਹ ਜੋ ਰਚਨਾ ਪ੍ਰਭੂ ਦੀ ਹੈ, ਆਗਮਾ ਪਾਈ, ਕੋਈ ਆਉਂਦਾ ਹੈ, ਕੋਈ ਜਾਂਦਾ ਹੈ, ਕੋਈ ਥੋੜ੍ਹੀ ਦੇਰ ਲਈ ਟਿਕਦਾ ਹੈ, ਫਿਰ ਚਲਿਆ ਜਾਂਦਾ ਹੈ। ਇਸ ਨੂੰ ਦੇਖ ਦੇਖ ਕੇ ਮੈਂ ਆਨੰਦਵਾਨ ਹੋ ਰਿਹਾ ਹਾਂ। ਗੁਰੂ ਸਾਹਿਬ ਆਖਦੇ ਹਨ ਕਿ ਇਹ ਪ੍ਰਭੂ ਦੀ ਰਚਨਾ ਹੈ, ਮੈਨੂੰ ਆਨੰਦ ਰੂਪ ਪ੍ਰਤੀਤ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।